ਤੁਸੀਂ ਦੇਖ ਰਹੇ ਹੋ ਡੈਰੀ ਸਵੇਰਾ ਟੀਵੀ। ਮੈਂ ਹਾਂ ਸੰਦੀਪ ਸ਼ਰਮਾ। ਏਸ਼ੀਆ ਦੀ ਸਭ ਤੋਂ ਜਿਹੜੀ ਲਾਰਜੈਸਟ ਜਿਹੜੀ ਮੈਨੂਫੈਕਚਰ ਕੰਪਨੀ ਜਿਹੜੀ ਹੈਗੀ ਆ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਜਿਹੜੀ ਲੁਧਿਆਣਾ ਦੇ ਵਿੱਚ ਹੈਗੀ, ਜਿੱਥੇ ਦੱਸਦੀ ਹੈ ਵੀ ਇਹ ਉਹ ਮੈਨੂਫੈਕਚਰ ਐਸੋਸੀਏਸ਼ਨ ਹੈਗੀ ਜਿਹੜੀ ਸਾਈਕਲ ਟ੍ਰੇਡ ਵਾਸਤੇ ਜਿਹੜੀ ਇੱਕ ਏਸ਼ੀਆ ਦੇ ਵਿੱਚ ਇੱਕ ਜਾਣਾ ਪਹਿਚਾਨਾ ਇੱਕ ਨਾਮ ਹੈ। ਜਿਹੜੀ ਹਿੰਦੁਸਤਾਨ ਦੇ ਵਿੱਚ ਸਾਈਕਲ ਬਣਦੇ ਆ, ਤਕਰੀਬਨ ਗੱਲ ਕਰਦੇ ਲੁਧਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਸਾਈਕਲ ਲੁਧਿਆਣਾ ਦੀ ਇੰਡਸਟਰੀ ਜਿਹੜਾ ਇੱਕ ਮਾਨਚੈਸਟਰ ਨਾਮ ਮਿਲ ਗਿਆ ਸੀ, ਸਾਈਕਲ ਇੰਡਸਟਰੀ ਮਿਲ ਗਿਆ ਸੀ। ਸੋ ਸਰਕਾਰ ਕੇਂਦਰ ਸਰਕਾਰ ਦੁਆਰਾ ਹਰ ਸਾਈਕਲ ਦੇ ਪਿੱਛੇ ਰਿਫਲੈਕਟਰ ਲਾਉਣ ਦਾ ਜਿਹੜੇ ਆਰਡਰ ਕੀਤੇ ਗਏ, ਆਦੇਸ਼ ਜਾਰੀ ਕੀਤੇ ਗਏ ਵੀ ਹਰ ਸਾਈਕਲ ਦੇ ਪਿੱਛੇ ਔਰ ਅੱਗੇ ਰਿਫਲੈਕਟਰ ਲਾਉਣ ਦਾ ਕੰਮ ਲਾਜ਼ਮੀ ਦਿੱਤਾ ਜਾਵੇਗਾ ਔਰ ਸਾਈਕਲ ਨੂੰ ਲਗਾਏ ਜਾਣਗੇ। ਤਾਂ ਉਸ ਦੇ ਵਿਰੋਧ ਦੇ ਵਿੱਚ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਵੱਲੋਂ, ਕਿਉਂਕਿ ਇਹ ਵਿਰੋਧ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਜਿਹੜਾ ਇਹਦਾ ਠੇਕਾ ਹੈਗਾ ਉਹ ਵੱਡੇ ਘਰਾਣੇ ਨੂੰ ਦਿੱਤਾ ਜਾ ਰਿਹਾ। ਸੋ ਕਿਤੇ ਨਾ ਕਿਤੇ ਜਿਹੜਾ ਸਾਈਕਲ ਇੰਡਸਟਰੀ ਆ ਅੱਗੇ ਹੀ ਜਿਹੜੀ ਲੁਧਿਆਣਾ ਸਾਈਕਲ ਇੰਡਸਟਰੀ ਅੱਗੇ ਹੀ ਘਾਟੇ ਚੱਲ ਰਹੀ ਹੈ। ਸੋ ਜਿਹੜੇ ਸਾਈਕਲ ਪਾਰਟਸ ਦਾ ਕੰਮ ਕਰਨ ਵਾਲੇ ਇੱਥੇ ਐਸੋਸੀਏਸ਼ਨ ਦੇ ਮੈਂਬਰ ਉਹਨਾਂ ਨੇ ਕੇਂਦਰ ਸਰਕਾਰ ਦਾ ਜਿਹੜਾ ਇੱਕ ਰੋਸ ਪਾਇਆ ਜਾ ਰਿਹਾ। ਤਾਂ ਅੱਜ ਤੋਂ ਹੀ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਤੇ ਪ੍ਰਧਾਨ ਅਤੇ ਹੋਰ ਪਦਾਧਿਕਾਰੀ ਅੱਜ ਭੁੱਖ ਹੜਤਾਲ 'ਤੇ ਬੈਠਣਗੇ ਜਦ ਤੱਕ ਸਰਕਾਰਾਂ ਉਹਨੀ ਮੰਗ ਨਹੀਂ ਪੂਰੀ ਕਰਦੇ। ਸੋ ਉਸ ਤੋਂ ਪਹਿਲਾਂ ਤੁਹਾਨੂੰ ਦਿਖਾ ਦੇं ਲੁਧਿਆਣਾ ਦੇ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਹੈ ਅਤੇ ਪ੍ਰਧਾਨ ਹੈ, ਉਸ ਤੋਂ ਇਲਾਵਾ ਹੋਰ ਬੜੇ ਪਦਾਧਿਕਾਰੀ ਹੈ ਇਸ ਐਸੋਸੀਏਸ਼ਨ ਜਿਹੜੀ ਲੁਧਿਆਣਾ ਦੇ ਗਿੱਲ ਰੋਡ 'ਤੇ ਐਸੋਸੀਏਸ਼ਨ ਜਿਹੜੀ ਹਾਲ ਹੈ ਉਹਦੇ ਵਿੱਚ ਬੈਠ ਕੇ ਹੈ ਔਰ ਕੁਛ ਹੀ ਸਮੇਂ ਦੇ ਵਿੱਚ ਜਿਹੜੀ ਭੁੱਖ ਹੜਤਾਲ ਹੈ ਉਹ ਸ਼ੁਰੂ ਕੀਤੀ। ਉਸ ਦਾ ਵੇਰਵਾ ਦੱਸਣਗੇ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ GS ਚਾਵਲਾ ਜੀ, ਤਾਂ ਨਾਲ ਉਹਨਾਂ ਦੇ ਬੈਠੇ ਵਿਸ਼ਕਰਮਾ ਜੀ, ਭੋਗਲ ਜੀ ਔਰ ਗੁਰਮੀਤ ਕੁਲਾਰ ਜੀ, ਅਤੇ ਉਸ ਤੋਂ ਇਲਾਵਾ ਹੋਰ ਜਿਹੜੇ ਐਸੋਸੀਏਸ਼ਨ ਦੇ ਹੋਰ ਜਿਹੜੇ ਮੈਂਬਰ ਹੈਗੇ ਆ ਉਹ ਵੀ ਇੱਥੇ ਮੌਜੂਦ ਹੈਗੇ ਆ। ਜਿਹੜੀ ਰਣਨੀਤੀ ਹੈਗੀ ਹੈ ਸਰਕਾਰ ਦੇ ਅਗੇਂਸਟ ਜਿਹੜੀ ਭੁੱਖ ਹੜਤਾਲ ਦੇ ਬੈਠਣ ਦਾ ਕੀ ਮਕਸਦ ਹੈਗਾ, ਤਾਂ ਕੁਛ ਹੀ ਸਮੇਂ ਦੇ ਵਿੱਚ ਇਸ ਦਾ ਮੀਡੀਆ ਨੂੰ ਦੱਸਿਆ ਜਾਵੇਗਾ ਕੀ ਕਾਰਨ ਹੈ, ਕਿਉਂ ਰੋਸ ਪਾਇਆ ਜਾ ਰਿਹਾ ਅਤੇ ਭੁੱਖ ਹੜਤਾਲ 'ਤੇ ਬੈਠਣ ਦਾ ਕੀ ਮਕਸਦ ਹੈ। ਤਾਂ ਕੁਛ ਹੀ ਸਮੇਂ ਦੇ ਵਿੱਚ ਅਸੀਂ ਇਸ ਮੀਡੀਆ ਤੁਹਾਨੂੰ ਰੂਬਰੂ ਕਰਾਵਾਂਗੇ। ਸੋ ਸਾਈਕਲ ਮੈਨੂਫੈਕਚਰ ਐਸੋਸੀਏਸ਼ਨ ਦੇ ਪਾਰਟਸ ਦੇ ਮੇਰੇ ਪ੍ਰੈਜ਼ੀਡੈਂਟ ਹੈ GS ਚਾਵਲਾ ਜੀ। ਹੁਣ ਭੁੱਖ ਹੜਤਾਲ 'ਤੇ ਬੈਠ ਕੇ ਗੱਲਬਾਤ ਕਰਾਂਗਾ ਕੀ ਕਾਰਨ ਸੀ ਔਰ ਕਿਉਂ ਭੁੱਖ ਹੜਤਾਲ 'ਤੇ ਅਣਮਿੱਥੇ ਸਮੇਂ ਬੈਠੇ। ਚਾਵਲਾ ਸਾਹਿਬ ਕੀ ਕਹਿਣਾ ਵੀ ਤੁਸੀਂ ਭੁੱਖ ਹੜਤਾਲ ਬੈਠੇ ਕਾਰਨ ਕੀ? ਦੇਖੋ, ਸਾਈਕਲ ਇੰਡਸਟਰੀ ਦੇ ਛੋਟੀ ਇੰਡਸਟਰੀ ਦੇ ਖਿਲਾਫ ਇੱਕ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 1 ਜਨਵਰੀ 2023 ਜਿਹੜੀ ਲੰਘ ਚੁੱਕੀ ਹੈ ਉਸ ਤੋਂ ਕੋਈ ਵੀ ਸਾਈਕਲ ਨਹੀਂ ਵੇਚ ਸਕਦਾ ਜਦੋਂ ਤੱਕ ਉਹਦੇ ਤੇ 10 ਰਿਫਲੈਕਟਰ ਨਹੀਂ ਲਗਾਓਗੇ। ਮੇਰਾ ਛੋਟਾ ਜਿਹਾ ਸਵਾਲ ਹੈ ਕਿ ਉਲੰਘਣਾ ਅਸੀਂ ਨਹੀਂ ਕਰਨੀ ਚਾਹੁੰਦੇ, ਰਿਫਲੈਕਟਰ ਦੇ ਅਗੇਂਸਟ ਨਹੀਂ ਹੈਗੇ। ਸੱਚਾਈ ਇਹ ਹੈ ਕਿ ਬਲੈਕਮੇਲ ਸ਼ੁਰੂ ਹੋ ਗਈ ਹੈ ਛੋਟੀ ਇੰਡਸਟਰੀ ਦੇ ਨਾਮ ਦੇ ਉੱਪਰ। ਸਾਈਕਲ ਦਾ ਰਿਫਲੈਕਟਰ, ਜੇ ਇੰਡੀਆ 'ਚ ਕੋਈ ਸਾਈਕਲ ਪਕੜਿਆ ਗਿਆ ਬਿਨਾਂ ਰਿਫਲੈਕਟਰ ਦੇ, ਸਾਈਕਲ ਮੈਨੂਫੈਕਚਰ ਨੂੰ 2 ਸਾਲ ਦੀ ਕੈਦ, 2 ਲੱਖ ਰੁਪਏ ਜੁਰਮਾਨਾ। ਇਹ ਕਿੱਥੋਂ ਦਾ ਇਨਸਾਫ ਹੈ ਕਿ ਸਾਈਕਲ ਅਸੀਂ SKD ਭੇਜਦੇ ਹਾਂ, ਡੀਲਰ ਉਹਨੂੰ ਇਕੱਠਾ ਕਰਕੇ ਹੋਲਸੇਲਰ ਨੂੰ ਦੇਗਾ, ਰਿਟੇਲਰ ਨੂੰ ਦੇਗਾ, ਸਾਈਕਲ ਰੋਡ ਦੇ ਉੱਪਰ ਚੱਲੇਗਾ। ਕਿ ਅਸੀਂ ਹਰ ਸਾਈਕਲ ਨਾਲ ਇੱਕ ਬੰਦਾ ਫੈਕਟਰੀ ਤੋਂ ਭੇਜਾਂਗੇ ਵੀ ਰਿਫਲੈਕਟਰ ਬਚਿਆ ਕਿ ਨਹੀਂ? ਇਹ ਕਾਨੂੰਨ ਦੀਆਂ ਸ਼ਰਤਾਂ ਬਹੁਤ ਗਲਤ ਨੇ। ਅਸੀਂ ਇਹਨਾਂ ਸ਼ਰਤਾਂ ਦੇ ਖਿਲਾਫ ਮੰਤਰੀ ਸੋਮ ਪ੍ਰਕਾਸ਼ ਜੀ ਜਿਹੜੇ ਮਿਨਿਸਟਰ ਆਫ ਸਟੇਟ ਭਾਰਤ ਸਰਕਾਰ ਦੇ ਕਾਮਰਸ ਐਂਡ ਇੰਡਸਟਰੀ ਦੇ ਮਿਨਿਸਟਰ ਨੂੰ ਮਿਲੇ ਸੀਗੇ। ਉਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਅਸੀਂ ਤੁਹਾਡੀਆਂ ਮੰਗਾਂ ਨੂੰ ਬਿਲਕੁਲ ਠੀਕ ਸਮਝਦੇ ਹੋਏ ਬਹੁਤ ਜਲਦੀ ਹੀ ਇੰਤਜ਼ਾਮ ਕਰਨ ਜਾ ਰਹੇ ਹਾਂ। ਬਟ ਸ਼ਰਮਨਾਕ ਗੱਲ ਇਹ ਹੈ ਕਿ ਅੱਜ 16 ਜਨਵਰੀ ਹੋ ਗਈ ਹੈ, 16 ਦਿਨਾਂ 'ਚ 16 ਬਿੱਲ ਨਹੀਂ ਕੱਟੇ ਗਏ ਛੋਟੀ ਇੰਡਸਟਰੀ ਦੇ। ਕੀ ਇਹੀ ਇਨਸਾਫ ਰਹੇਗਾ? ਅਸੀਂ ਅੱਜ ਅੱਕ ਕੇ ਇਹ ਐਡੀ ਵੱਡੀ ਇੰਡਸਟਰੀ ਬਹੁਤਾਤ ਦੇ ਵਿੱਚ ਇਕੱਠੀ ਹੋ ਕੇ ਹੜਤਾਲ 'ਤੇ ਬੈਠੀ ਹੈ। ਮੈਂ ਇੰਡਸਟਰੀ ਦੇ ਵਾਸਤੇ, ਛੋਟੀ ਇੰਡਸਟਰੀ ਨੂੰ ਬਚਾਉਣ ਵਾਸਤੇ ਡੇਲੀ ਭੁੱਖ ਹੜਤਾਲ 'ਤੇ ਬੈਠਾਂਗਾ ਜਦ ਤੱਕ ਜਿੰਨਾ ਸਮਾਂ ਲੱਗ ਗਿਆ ਸਰਕਾਰ ਨੇ ਕਾਨੂੰਨ ਨੂੰ ਠੀਕ ਨਹੀਂ ਕੀਤਾ। ਮੈਂ ਫਿਰ ਦੁਹਰਾ ਰਿਹਾ ਵਾਂ ਕਿ ਇਹ ਇੰਡਸਟਰੀ ਰਿਫਲੈਕਟਰ ਦੇ ਖਿਲਾਫ ਨਹੀਂ, ਇਹਨੂੰ ਲਾਗੂ ਕਰਨ ਦੇ ਢੰਗ ਤਰੀਕਿਆਂ ਦੇ ਖਿਲਾਫ ਹੈ, ਜੁਰਮਾਨੇ ਦੇ ਖਿਲਾਫ ਹੈ। ਅਸੀਂ ਇੰਡਸਟਰੀ ਵਾਲੇ, ਸਾਈਕਲ ਦੀ ਇੰਡਸਟਰੀ ਵਾਲੇ 10 ਲੱਖ ਲੋਕਾਂ ਨੂੰ ਰੋਜ਼ਗਾਰ ਦਿੰਦੇ ਆ। ਸਰਕਾਰ ਦੇ ਕੰਨ ਖੜੇ ਹੋਣੇ ਚਾਹੀਦੇ ਆ ਕਿ ਜੇ ਇੰਡਸਟਰੀ, ਛੋਟੀ ਸਾਈਕਲ ਇੰਡਸਟਰੀ ਤਬਾਹ ਹੋ ਗਈ, 10 ਲੱਖ ਲੋਕੀ ਬੇਰੋਜ਼ਗਾਰ ਨਹੀਂ ਹੋਣਗੇ, ਹਜ਼ਾਰਾਂ ਦੀ ਤਾਦਾਦ ਇੰਡਸਟਰੀ ਬੰਦ ਹੋ ਜਾਏਗੀ, ਅਨਾਰਕੀ ਫੈਲ ਜਾਏਗੀ, ਉਸ ਤੋਂ ਬਾਅਦ ਦੇ ਵਿੱਚ ਪੰਜਾਬ ਤਬਾਹ ਹੋ ਜਾਏਗਾ। ਮੈਂ ਆਹਵਾਨ ਕਰਦਾ ਵਾਂ ਸਾਰੇ ਦੋਸਤਾਂ ਨੂੰ, ਸਾਰੇ ਨੁਮਾਇੰਦਿਆਂ ਨੂੰ, ਸਾਰੀਆਂ ਐਸੋਸੀਏਸ਼ਨਾਂ ਨੂੰ ਕਿ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਖੜੇ ਹੋ ਜਾਓ। ਅੱਜ ਮੈਂ ਧਰਨੇ 'ਤੇ ਬੈਠਿਆ,
ਮੈਂ ਆਪਣੇ ਦੋਸਤਾਂ ਦਾ ਧੰਨਵਾਦ ਕਰਦਾ ਜਿਹੜੇ ਸੈਂਕੜਾਂ ਦੀ ਤਾਦਾਦ ਦੇ ਵਿੱਚ ਮੇਰੇ ਧਰਨਾ 'ਚ ਸਾਥ ਦੇ ਰਹੇ ਨੇ, ਭੁੱਖ ਹੜਤਾਲ ਤੇ ਸਾਥ ਦੇ ਰਹੇ ਨੇ। ਮੈਂ ਵਿਸ਼ਵਾਸ ਦਿਲਾਨਾ ਕਿ ਖੂਨ ਦੇ ਆਖਰੀ ਕਤਰੇ ਤੱਕ ਸਾਈਕਲ ਇੰਡਸਟਰੀ ਦੀ ਰਾਖੀ ਵਾਸਤੇ ਬੈਠਾਂਗਾ ਜਦ ਤੱਕ ਸਰਕਾਰ ਸਾਡੀ ਮੰਗ ਨਹੀਂ ਮੰਨਦੀ। ਅਸੀਂ ਇਹ ਇਕੱਠ ਦਿਖਾ ਦਿੱਤਾ ਵਾ, ਇਹ ਇੱਕ ਵਾਰਨਿੰਗ ਹੈ, ਇਹ ਸ਼ੁਰੂਆਤ ਹੈ, ਇਹ ਦਿਨ ਬ ਦਿਨ ਵੱਧਦੀ ਜਾਏਗੀ। ਜਿੰਨੀ ਜਲਦੀ ਕਰੋਗੇ ਸਰਕਾਰ ਦਾ ਫਾਇਦਾ, ਨਹੀਂ ਤੇ ਆਉਣ ਵਾਲੀ ਚੋਣਾਂ ਦੇ ਵਿੱਚ ਇਹਦਾ ਨਤੀਜਾ ਬਹੁਤ ਬੁਰਾ ਹੋਏਗਾ ਉਹਨਾਂ ਵਾਸਤੇ। ਸਰ ਐਸਾ ਲੱਗ ਰਿਹਾ ਵੀ ਜਿਹੜੀਆਂ ਵੱਡੀ ਇੰਡਸਟਰੀ ਹੈ ਸਾਈਕਲ ਦੀ ਇੰਡਸਟਰੀ ਹੈ ਉਹ ਲੱਗ ਰਹੀ ਹੈ ਵੀ ਛੋਟੀ ਇੰਡਸਟਰੀ ਨੂੰ ਤਬਾਹ ਖੁਦ ਕਰਨ ਚਾਹੀਦੀ, ਜਿਹੜੀ ਤੁਹਾਡੀ ਵੱਡੀਆਂ ਭੇਡਾਂ ਹੈਗੀਆਂ। ਦੇਖੋ ਮੈਂ ਬਿਲਕੁਲ ਕਿਸੇ ਵੱਡੀ ਇੰਡਸਟਰੀ ਦੇ ਖਿਲਾਫ ਨਹੀਂ ਹੈਗਾ, ਨਾ ਮੈਂ ਕਿਸੇ ਦੇ ਵਿਤਕਰਾ ਪਾਣਾ। ਮੈਂ ਜੇ ਪ੍ਰੈਜ਼ੀਡੈਂਟ ਹੈਗਾ ਮੈਂ ਛੋਟੀ ਇੰਡਸਟਰੀ ਦਾ ਨਹੀਂ, ਯੂਨਾਈਟਿਡ ਸਾਈਕਲ ਐਂਡ ਪਾਰਟ ਮੈਨੂਫੈਕਚਰ ਐਸੋਸੀਏਸ਼ਨ ਜਿਹਦੇ 2500 ਤੋਂ ਉੱਪਰ ਮੈਂਬਰ ਨੇ, ਛੋਟੇ ਵੱਡੇ ਮਿਲਾ ਕੇ ਸਾਰਿਆਂ ਦਾ ਨੁਮਾਇੰਦਾ ਹੈਗਾ ਵਾਂ। ਇਹ ਭੁਲੇਖਾ ਛੱਡ ਦਿਓ, ਛੋਟੀ ਇੰਡਸਟਰੀ ਵੱਡੀ ਇੰਡਸਟਰੀ ਸਾਰੀ ਇਕੱਠੀ ਹੈਗੀ ਆ। ਸੋ ਇਹ ਸਨ ਯੂਨਾਈਟਿਡ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ GS ਚਾਵਲਾ ਸੀ, ਜਿਹੜਾ ਅੱਜ ਅਣਮਿੱਥੇ ਸਮੇਂ ਲਈ ਜਿਹੜੇ ਭੁੱਖ ਹੜਤਾਲ ਤੇ ਬੈਠ ਗਏ ਹੈਗੇ। ਤੋਂ ਆਉਣ ਵਾਲੇ ਸਮੇਂ ਦੇ ਵਿੱਚ ਅਗਲੀ ਕੀ ਰਣਨੀਤੀ ਰਹੂਗੀ, ਲੇਕਿਨ ਕਿਤੇ ਨਾ ਕਿਤੇ ਜਿਹੜੇ ਮੰਤਰੀ ਸੋਮ ਪ੍ਰਕਾਸ਼ ਜੀ ਨਾਲ ਵੀ ਗੱਲਬਾਤ ਕੀਤੀ ਯਾਰ ਇੰਡਸਟਰੀ ਨੂੰ ਬਚਾਉਣ ਵਾਸਤੇ ਜਿਹੜੀ ਗੱਲ ਆਖੀ ਗਈ ਵੀ ਜਿਹੜੀਆਂ ਵੱਡੀਆਂ ਭੇਡਾਂ ਹੈਗੀਆਂ ਉਹ ਛੋਟੀ ਇੰਡਸਟਰੀ ਨੂੰ ਤਬਾਹ ਕਰਨ ਦੇ ਵੀ ਕਿਤੇ ਆਪਣੇ ਅੱਗੇ ਆ ਰਹੀਆਂ। ਤੋਂ ਹੋਰ ਵੀ ਇੱਥੇ ਜਿਹੜੀ ਮੈਨੂਫੈਕਚਰਿੰਗ ਦੇ ਮੈਂਬਰ ਬੈਠੇ ਕੋਸ਼ਿਸ਼ ਕਰਨ ਗੱਲਬਾਤ ਕਰਨ ਦੀ ਉਹਨਾਂ ਦੀ ਵੀ। ਕੁਲਾਰ ਸਾਹਿਬ ਕਿਸ ਤਰ੍ਹਾਂ ਲੱਗਦੀ ਹੈ ਵੀ ਅੱਜ ਦੇ ਧਰਨੇ ਤੇ ਭੁੱਖ ਹੜਤਾਲ ਦੇ ਬੈਠ ਕੀ ਕਾਰਨ ਲੱਗ ਰਿਹਾ ਵੀ ਵੱਡੀ ਇੰਡਸਟਰੀ ਨੂੰ ਜਿਹੜੀ ਛੋਟੀ ਇੰਡਸਟਰੀ ਕਿਉਂ ਤਬਾਹ ਕਰਨ, ਕਾਰਨ ਕੀ ਹੈ? ਦੇਖੋ ਇਹਦੇ ਵਿੱਚ ਜਿਹੜਾ ਇਹ ਸਰਟੀਫਿਕੇਟ ਆਫ ਕਨਫਰਮਿਟੀ ਆ, ਇਹ ਛੋਟੀ ਇੰਡਸਟਰੀ ਦੇ ਉੱਤੇ ਜਿਹੜਾ ਸਰਕਾਰ ਨੇ ਇੱਕ ਨਾਦਰਸ਼ਾਹੀ ਫਰਮਾਨ ਲਾਗੂ ਕਰਕੇ ਕਰ ਦਿੱਤਾ ਗਿਆ। ਇਹ ਸਰਾਸਰ ਇੰਡਸਟਰੀ ਦੇ ਨਾਲ ਧੱਕਾ ਵਾ। ਅਗਰ ਅੱਜ ਕੋਈ ਮੋਟਰਸਾਈਕਲ ਲੈਂਦਾ ਤੇ ਅਗਰ ਉਹ ਮੋਟਰਸਾਈਕਲ ਲੈ ਕੇ ਰੋਡ ਤੇ ਚੜ੍ਹਦਾ ਤਾਂ ਉਹਨੂੰ ਹੈਲਮਟ ਲੈਣਾ ਪੈਂਦਾ ਵਾ। ਅਗਰ ਉਹ ਹੈਲਮਟ ਨਹੀਂ ਲੈਂਦਾ ਤਾਂ ਸਰਕਾਰ ਉਹਦਾ ਚਲਾਨ ਕਰਦੀ ਆ। ਅੱਜ ਅਗਰ ਅਸੀਂ ਕੋਈ ਗੱਡੀ ਲੈਂਦੇ ਆ ਤਾਂ ਅਸੀਂ ਉਹਦੀ ਇੰਸ਼ੋਰੈਂਸ ਕਰਾਉਂਦੇ ਆ। ਜਦੋਂ ਚਲਾਨ ਹੁੰਦਾ ਇੰਸ਼ੋਰੈਂਸ ਕੰਪਨੀ ਦਾ ਨਹੀਂ ਹੁੰਦਾ ਕਿ ਕਿਉਂ ਨਹੀਂ ਤੁਸੀਂ ਕੀਤੀ, ਉਹ ਜਿਹੜਾ ਚਲਾ ਰਿਹਾ ਵਾ ਉਹਦਾ ਹੁੰਦਾ। ਅੱਜ ਜਿਹੜਾ ਸਾਈਕਲਿਸਟ ਆ ਜਦੋਂ ਰੋਡ ਦੇ ਉੱਤੇ ਆਵੇ ਉਹ ਰਿਫਲੈਕਟਰ ਵਾਲਾ ਸਾਈਕਲ ਲੈ ਕੇ ਆਵੇ, ਪਰ ਜਿਹੜਾ ਮੈਨੂਫੈਕਚਰਰ ਦੇ ਉੱਤੇ ਬਹੁਤ ਵੱਡੀ ਲਾਇਬਿਲਿਟੀ ਕਿ 2 ਲੱਖ ਰੁਪਈਆ ਜੁਰਮਾਨਾ ਤੇ 2 ਸਾਲ ਦੀ ਕੈਦ। ਔਰ ਅੱਜ 16 ਦਿਨ ਹੋ ਗਏ ਸਰਕਾਰ ਦੇ ਜੂੰ ਨਹੀਂ ਸਰਕੀ ਕੰਨ ਦੇ ਉੱਤੇ। ਸਰਕਾਰ ਨੇ ਉਸ ਨੂੰ ਵਾਪਸੀ ਲੈਣ ਦਾ ਕੋਈ ਹਜੇ ਤੱਕ ਮਨ ਵੀ ਨਹੀਂ ਬਣਾਇਆ। ਅਸੀਂ ਪੁਰਜ਼ੋਰ ਅਪੀਲ ਕਰਦੇ ਹਾਂ, ਅਸੀਂ ਇਸ ਹੜਤਾਲ ਦੇ ਵਿੱਚ ਪੂਰੇ ਸ਼ਾਮਲ ਹੋ ਕੇ ਹਮਾਇਤ ਕਰਦੇ ਹਾਂ ਕਿ ਜਿਹੜਾ ਇਹ COC ਆ ਵਾਪਸ ਹੋਣਾ ਚਾਹੀਦਾ ਵਾ। ਇਹ COC ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈਗਾ। ਔਰ ਦੂਸਰੀ ਜਿਹੜੀ ਸਭ ਤੋਂ ਵੱਡੀ ਚੀਜ਼ ਆ ਕਿ ਜਿਹੜੀ ਛੋਟੀ ਇੰਡਸਟਰੀ ਅੱਜ ਖਤਮ ਹੋਣ ਦੇ ਕਿਨਾਰੇ ਤੇ ਇਸ ਆ ਗਈ ਆ ਕਿ ਅੱਜ 16 ਦਿਨ ਹੋ ਗਏ ਆ ਕਿਸੇ ਨੇ ਇੱਕ ਸਾਈਕਲ ਦੀ ਸੇਲ ਨਹੀਂ ਕੀਤੀ। ਇਕੱਲੀ ਸਾਈਕਲ ਨਾਲ ਨਹੀਂ, ਪਾਰਟਸ ਇੰਡਸਟਰੀ, ਛੋਟੀ ਇੰਡਸਟਰੀ, ਵੱਡੀ ਇੰਡਸਟਰੀ ਸਾਰੀ ਬੰਦ ਹੋ ਜਾਏਗੀ। ਅਸੀਂ ਸਰਕਾਰ ਨੂੰ ਇੱਕੋ ਹੀ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਨਾਦਰਸ਼ਾਹੀ ਫਰਮਾਨ ਆ ਇਹਨੂੰ ਵਾਪਸ ਲਿਆ ਜਾਵੇ ਤੇ ਛੋਟੀ ਇੰਡਸਟਰੀ ਨੂੰ ਰਾਹਤ ਦਿੱਤੀ ਜਾਵੇ। ਸੋ ਇਹ ਸਨ ਗੁਰਮੀਤ ਕੁਲਾਰ ਜੀ ਦੀ ਬਿਲਕੁਲ ਜਿਹੜੀ ਨਾਦਰਸ਼ਾਹੀ ਜਿਹੜਾ ਫਰਮਾਨ ਜਾਰੀ ਕੀਤਾ ਗਿਆ, ਕਿਤੇ ਨਾ ਕਿਤੇ ਸਾਈਕਲ ਇੰਡਸਟਰੀ ਨੂੰ ਆਉਣ ਵਾਲੇ ਦਿਨਾਂ 'ਚ ਬਹੁਤ ਨੁਕਸਾਨ ਦੇਗਾ। ਸੋ ਹੋਰ ਵੀ ਮੈਂ ਇੱਥੇ ਜਿਹੜੇ ਸਾਈਕਲ ਇੰਡਸਟਰੀ ਦੇ ਮੈਂਬਰ ਬੈਠੇ ਗੱਲਬਾਤ ਕਰਾਂਗਾ। ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਰਿਫਲੈਕਟਰ ਦਾ, ਕਿਸ ਤਰ੍ਹਾਂ ਲੱਗਦਾ ਸੀ? ਦੇਖੋ ਸੇਫਟੀ ਸਟੈਂਡਰਡ ਸੇਫਟੀ ਕਰਨਾ ਸਾਈਕਲਿਸਟ ਦੀ ਸਾਡੀ ਜ਼ਿੰਮੇਵਾਰੀ ਹੈ, ਅਸੀਂ ਉਹਦੇ ਨਾਲ। ਲੇਕਿਨ ਜਿਹੜੀ ਲਾਇਬਿਲਿਟੀ ਹੈ ਉਹ ਮੈਨੂਫੈਕਚਰ ਦੇ ਉੱਪਰ ਲਾ ਦੇਣੀ ਉਹਦੇ ਅਗੇਂਸਟ ਆ। ਜੇ ਅਸੀਂ ਇੱਕ ਚੀਜ਼ ਸਾਈਕਲ ਨੂੰ ਰਿਫਲੈਕਟਰ ਲਾ ਕੇ ਜਾਂ ਕੰਪਨੀ ਨੇ ਦੇਤਾ, ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਈਕਲਿਸਟ ਦੀ ਹੈ, ਉਹ ਮੈਨੂਫੈਕਚਰਰ ਦੀ ਨਹੀਂ ਹੈ। ਸਾਡੀ ਸਰਕਾਰ ਨੂੰ ਇਹੀ ਮੰਗ ਹੈ ਕਿ ਵਾਈ ਲਾਇਬਿਲਿਟੀ ਔਨ ਮੈਨੂਫੈਕਚਰਰ ਇਹ ਤਾਂ ਹੋਣੀ ਚਾਹੀਦੀ ਹੈ ਉਹਨੂੰ ਚਲਾਉਣ ਵਾਲੇ ਬੰਦੇ ਤੇ, ਪਹਿਲੀ ਗੱਲ। ਦੂਜੀ ਗੱਲ, ਅਸੀਂ COC ਗੱਲ ਕਰ ਰਹੇ ਹਾਂ, COC ਗੱਲ ਕਰ ਰਹੇ ਹਾਂ, ਅਸੀਂ ਕਿਸ ਗੱਲ ਦੇ ਪੈਸੇ ਦੇਣੇ ਆ? ਜਦ ਇੱਕ ਤੁਸੀਂ ਮੈਨੂਫੈਕਚਰਰ ਕੋਲੋਂ ਪੈਸੇ ਲੈ ਲਏ, ਠੀਕ ਹੈ, ਉਹਨੂੰ ਸਰਟੀਫਾਈ ਕਰਤਾ, ਅਸੀਂ ਉਹਦੇ ਕੋਲੋਂ ਮਾਲ ਲੈ ਲਿਆ, ਮਾਲ ਲੈ ਕੇ ਅਸੀਂ ਸਪਲਾਇਰ ਨੂੰ ਦਿੱਤਾ, ਤੇ ਫਿਰ ਅਸੀਂ ਹਰ ਸਾਲ ਅਸੀਂ ਕਿਉਂ COC ਦੇ ਪੈਸੇ ਦੇਣੇ ਆ? BIS ਦਾ ਰਿਫਲੈਕਟਰ ਸੀ, ਜਿਹੜੀ ਚੀਜ਼ ਅਪਰੂਵਡ 3 ਮਹੀਨੇ ਦੀ ਗੱਲ ਹੈ, 3 ਮਹੀਨੇ ਤਾਂ ਅਸੀਂ ਬੈਲੈਂਸ ਸ਼ੀਟ ਬਣਾ ਕੇ ਦੇਣੀ ਹੈ ਉਸਦੇ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਬੈਲੈਂਸ ਸ਼ੀਟ ਉਹਦੀ ਬਣਾ ਕੇ ਦਿਓ ਵੀ ਕਿੰਨੇ ਤੁਸੀਂ ਸਾਈਕਲ ਵੇਚੇ ਤੇ ਕਿੰਨੇ ਰਿਫਲੈਕਟਰ ਲਾਏ। ਉਹਨੂੰ ਮਿਲਣ ਵਾਸਤੇ ਉਹਨਾਂ ਨੇ ਇਹ ਗੱਲ ਕਹਿੰਦੇ ਕੀਤੀ ਗਈ ਹੈ ਵੀ ਆਹ ਉਹਨੂੰ ਕੀਤਾ ਜਾਵੇ। ਲੇਕਿਨ ਇੱਕ ਹੈ ਕਿ ਇੱਕ ਛੋਟਾ ਬੰਦਾ ਇੰਨੀਆਂ ਕਾਗਜ਼, ਅੱਗੇ ਤਾਂ ਪਹਿਲਾਂ ਹੀ ਬੋਝ ਹੈ ਸਾਡੇ ਤੇ, ਇੰਨੇ ਕਾਗਜ਼ ਕਿੱਥੋਂ ਲੈ ਕੇ ਦੇਊਗਾ? ਜਦ ਸਰਕਾਰ ਕੋਲ GST ਦੀ ਰਿਟਰਨ ਜਾਂਦੀ ਹੈ, ਮੈਂ ਇੱਕ ਬਿੱਲ ਕੱਟਦਾ, ਇੱਕ ਬਿੱਲ ਵੀ ਕੱਟਦਾ ਉਹ GST ਰਿਟਰਨ ਜਾਂਦੀ ਹੈ, ਇਹਦਾ ਮਤਲਬ ਸਰਕਾਰ ਕੋਲ ਡਾਟਾ ਹੈਗਾ ਨਾ।
ਤੇ ਸਰਕਾਰ ਕੋਲ ਜੋ ਡਾਟਾ ਹੈਗਾ ਤਾਂ ਫਿਰ ਰਿਟਰਨਾਂ ਅਸੀਂ ਕਾਹਦੀਆਂ ਦੇਣੀਆਂ? ਜੇ ਅਸੀਂ ਸਾਈਕਲ ਮੈਨੂਫੈਕਚਰ ਹੈ, ਸਾਈਕਲ ਦੇ ਮੈਨੂਫੈਕਚਰ ਕਰਕੇ ਆਪਣੇ ਬਿੱਲ ਕੱਟਣੇ ਆ, ਤੇ ਇਹਦਾ ਮਤਲਬ ਨਾਲ ਰਿਫਲੈਕਟਰ ਜਾਊਗਾ ਹੀ ਜਾਊਗਾ। ਪਹਿਲੀ ਗੱਲ। ਦੂਜੀ ਗੱਲ, ਜਦੋਂ ਅਸੀਂ ਰਿਫਲੈਕਟਰ ਲਾ ਲਿਆ, ਅਸੀਂ ਉਹਦੇ ਬਿੱਲ ਦੇ ਉੱਪਰ ਲਿਖਤਾ 6742 ਅਪਰੂਵਡ ਰਿਫਲੈਕਟਰ ਅਸੀਂ ਨਾਲ ਦਿੱਤਾ ਹੈ, ਸਾਡੀ ਲਾਇਬਿਲਿਟੀ ਖਤਮ। ਹੁਣ ਅਗਲਾ ਰਿਫਲੈਕਟਰ ਲਾਵੇ ਨਾ, ਆਪਣੀ ਜੇਬ 'ਚ ਪਾ ਲਵੇ, ਤੇ ਮੈਨੂਫੈਕਚਰ ਦੀ ਕੀ ਗਲਤੀ ਹੋਈ? ਪੁਰਾਣੇ ਸਾਈਕਲ ਜਿਹੜੇ ਆਲਰੇਡੀ ਪਹਿਲਾਂ ਚੱਲਦੇ ਸੀ ਉਹਨਾਂ ਦੇ ਰਿਫਲੈਕਟਰ ਟੁੱਟੇ ਹੋਣਗੇ, ਤਾਂ ਉਹਨਾਂ ਦਾ ਕੀ ਸਿਸਟਮ ਲੱਗੂਗਾ? ਜਿਹੜੇ ਪੁਰਾਣੇ ਜਿਹੜੇ ਸਾਈਕਲ ਇੰਨੇ ਲੱਖ ਨਿਕਲ ਚੁੱਕੇ ਸੜਕਾਂ ਦੇ। ਦੇਖੋ, ਉਹਦਾ ਕੋਈ ਪ੍ਰਾਵਧਾਨ ਨਹੀਂ ਕੀਤਾ ਸਰਕਾਰ ਨੇ, ਕੋਈ ਐਕਸ਼ਨ ਨਹੀਂ ਲਿੱਤਾ। ਜਿਵੇਂ ਕਿ ਫ੍ਰੀ, ਉਹੀ ਗੱਲ ਕਰੀਏ, ਜੇ ਫ੍ਰੀ ਅਸੀਂ ਅਨਾਜ ਬਣ ਸਕਦੇ ਹਾਂ, ਅਸੀਂ ਰਿਫਲੈਕਟਰ ਕਿਉਂ ਨਹੀਂ ਬਣ ਸਕਦੇ? ਲੋਕਾਂ ਨੂੰ ਰੋਕ ਕੇ ਰਿਫਲੈਕਟਰ ਲਗਵਾਓ, ਕੰਪਲਸਰੀ ਕਰਾਓ। ਇਹਦਾ ਕੋਈ ਪ੍ਰਾਵਧਾਨ ਨਹੀਂ ਕੀਤਾ ਸਰਕਾਰ, ਉਸ ਗੱਲੋਂ ਮੂਕ ਹੈ। ਸਿਰਫ ਨਵੀਂ ਚੀਜ਼ਾਂ ਆਉਣ ਤੇ ਸਰਕਾਰ ਲੱਗੀ ਹੋਈ ਹੈ, ਮੈਨੂਫੈਕਚਰ ਨੂੰ ਸਾਰਾ ਲਾਇਬਿਲਿਟੀ ਦੇ ਰਹੀ ਹੈ। ਅਸੀਂ ਉਹਦੇ ਅਗੇਂਸਟ ਹੈ, ਬਿਲਕੁਲ ਅਸੀਂ ਨਹੀਂ ਚਾਹੁੰਦੇ ਹੋ ਬਾਈ। ਕੁਝ ਤਕਰੀਬਨ 6 ਮਹੀਨੇ ਬਾਅਦ ਹੀ ਤੁਹਾਡੇ ਮੈਨੂਫੈਕਚਰਿੰਗ ਨਾਲ ਇਲੈਕਸ਼ਨ ਵੀ ਸ਼ੁਰੂ ਹੋ ਜਾਣੇ ਆ। ਕਿਸ ਤਰ੍ਹਾਂ ਦੇਖਦੇ ਹੋ ਵੀ ਇਸ ਤਰ੍ਹਾਂ ਦੀ ਭੁੱਖ ਹੜਤਾਲ ਜਾਂ ਐਕਸ਼ਨ ਇਕੱਠਾ ਹੋਣਾ ਸਰਕਾਰ ਨੂੰ ਝੁਕਾਉਣ ਦੇ ਵਾਸਤੇ ਕਿੱਥੇ ਤੱਕ ਖੜੀ ਹੈ? ਸਰ, ਇਹ ਭੁੱਖ ਹੜਤਾਲ ਹੈ ਨਾ, ਇਹ ਛੋਟੀ ਇੰਡਸਟਰੀ ਵਾਸਤੇ ਰੱਖੀ ਗਈ ਹੈ। ਇਹ ਜਿਹੜੀ ਛੋਟੀ ਇੰਡਸਟਰੀ ਦਾ ਨੁਕਸਾਨ ਹੋ ਰਿਹਾ ਹੈ, 1 ਤਰੀਕ ਤੋਂ ਲੈ ਕੇ 16 ਤਰੀਕ ਤੱਕ ਕਿਸੇ ਛੋਟੀ ਇੰਡਸਟਰੀ ਨੇ ਕੰਮ ਨਹੀਂ ਕਰਕੇ ਦੇਖਿਆ ਜੀ। ਉਸ ਤਰ੍ਹਾਂ ਜਿਹੜੇ ਕਾਨੂੰਨ ਇੰਨੇ ਸਖਤ ਕਰ ਦਿੱਤੇ ਗਏ ਹੈ, ਉਹਦੀ ਵਜ੍ਹਾ ਕਰਕੇ ਇਹ ਇੰਡਸਟਰੀ ਬਹੁਤ ਜ਼ਿਆਦਾ ਜਿਹੜੀ ਡਾਊਨਫਾਲ ਆ ਚੁੱਕਿਆ ਹੈ। ਜਦ ਕਿ ਜਿੱਦਾਂ ਕਿ ਚਾਵਲਾ ਜੀ ਪਹਿਲਾਂ ਹੀ ਦੱਸਿਆ ਕਿ 10 ਲੱਖ ਲੋਕਾਂ ਨੂੰ ਅਸੀਂ ਰੋਜ਼ਗਾਰ ਦੇ ਰਹੇ ਹਾਂ। ਜੇ ਅਦਰਵਾਈਜ਼ ਇਹੀ ਸਿਸਟਮ ਚੱਲਦਾ ਰਿਹਾ ਤਾਂ ਇੰਡਸਟਰੀ ਦੀ ਕੰਡੀਸ਼ਨ ਹੋਰ ਜ਼ਿਆਦਾ ਖਰਾਬ ਹੋ ਜਾਏਗੀ। ਇੰਡਸਟਰੀ ਦਾ ਪਹਿਲੇ ਹੀ ਇੰਡਸਟਰੀ ਦਾ ਸਿਨੈਰੀਓ ਬਹੁਤ ਖਰਾਬ ਚੱਲ ਰਿਹਾ, ਇਸ ਕਰਕੇ ਸਰਕਾਰ ਨੂੰ ਇਸ ਬਾਰੇ ਸੋਚਣਾ ਪਏਗਾ। ਸੋ ਅੱਜ ਤੋਂ ਯੂਨਾਈਟਿਡ ਮੈਨੂਫੈਕਚਰ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ GS ਚਾਵਲਾ ਜੀ ਅਣਮਿੱਥੇ ਸਮੇਂ ਵਾਸਤੇ ਜਿਹੜਾ ਭੁੱਖ ਹੜਤਾਲ ਤੇ ਬੈਠ ਗਏ। ਕਾਰਨ ਹੈ ਵੀ ਜਿਹੜੀ ਇੱਕ ਕੇਂਦਰ ਸਰਕਾਰ ਵੱਲੋਂ COC ਜਿਹੜਾ ਲਗਾਤਾ, ਉਸ ਦੇ ਅਗੇਂਸਟ ਜਿਹੜੀ ਰਿਫਲੈਕਟਰ ਦਾ ਜਿਹੜਾ ਠੇਕਾ ਦਿੱਤਾ ਗਿਆ, ਉਸ ਦੇ ਅਗੇਂਸਟ ਜਿਹੜੀ ਹਰ ਸਾਈਕਲ ਨੂੰ ਜਿਹੜਾ ਰਿਫਲੈਕਟਰ ਲੱਗਿਆ ਗਿਆ, ਉਸ ਦੇ ਬਾਅਦ ਨਾਲ ਜਿਹੜੇ 2 ਲੱਖ ਦੀ ਪਲੰਟੀ ਦੇ 2 ਸਾਲ ਦੀ ਜਿਹੜੀ ਕੈਦ ਦੀ ਵੀ ਇੱਥੇ ਪ੍ਰਾਵਧਾਨ ਰੱਖਿਆ ਗਿਆ ਸਰਕਾਰ ਵੱਲੋਂ। ਕਿਤੇ ਨਾ ਕਿਤੇ ਜਿਹੜੀ ਸਾਈਕਲ ਇੰਡਸਟਰੀ ਆਲਰੇਡੀ ਜਿਹੜੀ ਘਾਟੇ ਚੱਲ ਰਹੀ ਹੈ, ਇੰਡਸਟਰੀ ਛੋਟੀ ਬੰਦ ਹੋ ਰਹੀ ਹੈ, ਤਾਂ ਛੋਟੀ ਇੰਡਸਟਰੀਆਂ ਨੂੰ ਤਬਾਹ ਕਰਨ ਵਾਸਤੇ ਸਰਕਾਰ ਨੇ ਜਿਹੜਾ ਨਾਦਰਸ਼ਾਹੀ ਜਿਹੜਾ ਫਰਮਾਨ ਜਾਰੀ ਕੀਤਾ, ਉਸ ਦੇ ਵਾਸਤੇ ਯੂਨਾਈਟਿਡ ਸਾਈਕਲ ਮੈਨੂਫੈਕਚਰ ਪਾਰਟਸ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਦੇ ਨਾਲ ਪ੍ਰਧਾਨ ਔਰ ਹੋਰ ਪਦਾਧਿਕਾਰੀ ਅੱਜ ਲੁਧਿਆਣਾ ਵਿਖੇ ਕੇਂਦਰ ਸਰਕਾਰ ਦੀ ਜਿਹੜੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠ ਗਏ। ਖੈਰ, ਹੁਣ ਇਹ ਸਮਾਂ ਦੱਸੂਗਾ ਵੀ ਕੇਂਦਰ ਸਰਕਾਰ ਛੋਟੇ ਸਾਈਕਲ ਇੰਡਸਟਰੀ ਨੂੰ ਬਚਾਉਣ ਵਾਸਤੇ ਕੀ ਪਹਿਲ ਕਦਮੀ ਕਰਦੀ ਹੈ, ਤੇ ਕਿਸ ਤਰ੍ਹਾਂ ਉਹ ਇਹਨਾਂ ਦੇ ਜਿਹੜੇ ਪਦਾਧਿਕਾਰੀ ਹੈ, ਐਸੋਸੀਏਸ਼ਨ ਜਿਹੜੇ ਮੈਂਬਰ ਹੈਗੇ ਆ, ਉਹਨਾਂ ਦੀ ਛੋਟੀ ਇੰਡਸਟਰੀ ਬਚਾਉਣ ਵਾਸਤੇ ਕਿਸ ਤਰ੍ਹਾਂ ਅੱਗੇ ਆਉਂਦੀ ਹੈ। ਇਹ ਤਾਂ ਹੁਣ ਸਾਰਾ ਸਮਾਂ ਦੱਸੂਗਾ। ਕੈਮਰਾਮੈਨ ਬੌਬੀ ਨਾਲ ਸੰਦੀਪ ਸ਼ਰਮਾ, ਦੈਨਿਕ ਸਵੇਰਾ TV, ਲੁਧਿਆਣਾ।